program is sponsored by Inder Maidan Finance Broker Loan Market। इंडो जी देख रहे दर्शकों ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰੇ ਨਾਲ ਡਾਕਟਰ ਵਿਧੂ ਸ਼ਰਮਾ ਜੀ ਕਲੀਨਿਕ ਚ ਆਏ ਨੇ। ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਹੀ ਪੁੱਛਦਾ ਕਿ ਉਹ ਆਪਣੇ ਬਾਰੇ ਕੁਝ ਦੱਸਣ। ਥੈਂਕ ਯੂ ਜੀ। थैंक यू सो मच शमी जी और मेरे वालों भी इंडो ऑजी चैनल दे सारे दर्शकों ਨੂੰ प्यार भरा सत श्री अकाल ते नमस्कार। थैंक यू सो मच तुसीं मैनूं बुलाया स्टूडियो विच। अपने बारे मैं थोड़ी जी इंट्रोडक्शन दसदी हां। मेरा नाम डॉक्टर विधू शर्मा। आई एम द फाउंडर ऑफ आयुर्वेदा फॉर वेलनेस क्लिनिक पर्थ विच एंड मैं वेस्टर्न ऑस्ट्रेलियन स्टेट हेड फॉर ऑस्ट्रेलेशियन एसोसिएशन ऑफ आयुर्वेदा and I'm also the Secretary General for International Business Council of Australia. ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਆਯੁਰਵੈਦਿਕ ਕੀ ਚੀਜ਼ ਹੈ? ਆਯੁਰਵੇਦਾ ਜਿਵੇਂ ਖੁਲਾਸਾ ਕਰਾਂ ਵਰਡ ਦਾ ਤੇ ਆਯੁਰ ਮੀਨਸ ਲਾਈਫ ਐਂਡ ਵੇਦਾ ਮੀਨਸ ਸਾਇੰਸ ਤੇ ਇਨ ਅਦਰ ਵਰਡਸ ਇਹ ਸਾਇੰਸ ਆਫ ਲਾਈਫ ਹੈ। ਇੱਕ ਇਹੋ ਜੀ ਸਾਇੰਸ ਹੈ ਜਿਹੜੀ ਸਾਨੂੰ ਜੀਣਾ ਸਿਖਾਉਂਦੀ ਹੈ, ਸਾਨੂੰ ਜੀਣ ਦਾ ਤਰੀਕਾ ਸਿਖਾਉਂਦੀ ਹੈ। ਤੇ ਆਯੁਰਵੇਦਾ ਇੰਡੀਅਨ ਹਾਊਸਹੋਲਡ ਲਈ ਇੱਕ ਘਰ ਵਾਲੀ ਗੱਲ ਹੈ ਬਿਲਕੁਲ ਔਰ 5000 ਤੋਂ 6000 ਸਾਲ ਪੁਰਾਣੀ ਪੱਧਤੀ ਹੈਗੀ ਹੈ ਜਿਹੜੀ ਇੰਡੀਆ 'ਚ ਪ੍ਰਚਲਿਤ ਹੈਗੀ ਹੈ ਬਟ ਅੱਜਕੱਲ ਗਲੋਬਲੀ ਬਹੁਤ ਜ਼ਿਆਦਾ ਕੰਮ ਹੋ ਰਿਹਾ ਹੈ। ਡਾਕਟਰ ਸਾਹਿਬ ਤੁਸੀਂ ਆਪਣੇ ਬਾਰੇ ਦੱਸੋ, ਤੁਹਾਡੀ ਜਰਨੀ ਕਿਵੇਂ ਸਟਾਰਟ ਹੋਈ, ਤੁਹਾਡੀ ਐਜੂਕੇਸ਼ਨ ਕਿੱਥੇ ਹੋਈ ਤੇ ਤੁਸੀਂ ਉਸ ਤੋਂ ਬਾਅਦ ਕੀ ਕੀਤਾ ਇਸ ਫੀਲਡ ਦੇ ਵਿੱਚ? ਥੈਂਕ ਯੂ। ਸ਼ਮੀ ਜੀ ਮੇਰਾ ਜਰਨੀ ਆਫ ਆਯੁਰਵੇਦਾ ਐਕਚੁਅਲੀ ਸ਼ੁਰੂ ਹੋਇਆ ਚੰਡੀਗੜ੍ਹ ਵਿੱਚ। I have graduated from Chandigarh from Punjab University तकरीबन 5.5-6 साल ਦੀ ਬੈਚਲਰ ਡਿਗਰੀ ਇਨ ਆਯੁਰਵੈਦਿਕ ਮੈਡੀਸਨ ਐਂਡ ਸਰਜਰੀ ਜਿਹਨੂੰ BMS ਕਹਿੰਦੇ ਆ। that qualified me as an ayurvedic doctor। ਬਹੁਤ ਸਾਲ ਪਹਿਲਾਂ ਦੀ ਗੱਲ ਹੈ ਔਰ ਫਿਰ ਮੈਂ ਕਲੀਨਿਕ ਕੀਤਾ ਚੰਡੀਗੜ੍ਹ ਵਿੱਚ but then back of the mind something was saying ਕਿ it is not enough और एक सोच सीगी, एक विजन सीगा दिमाग विच टू टेक आयुर्वेदा फॉरवर्ड नॉट जस्ट इंडिया दे विच बट ग्लोबली। उस सोच नूं लैके फिर मैं इंडिया तो निकली विद माई फैमिली एंड न्यूजीलैंड विच काफ़ी साल रहन तो बाद फिर ऑस्ट्रेलिया विच मूव होए और ऑस्ट्रेलिया विच फुल फ्लेज्ड प्रैक्टिस ते मैं फोकस किया और जिदा मैं पहला दसिया कि आई एम द फाउंडर ऑफ आयुर्वेदा फॉर वेलनेस क्लिनिक इन पर्थ। अपना क्लिनिक खोल के एक होर मेरा बहुत ज़्यादा आई वॉज पैशनेट कि स्टूडेंट्स नो यू नो आई हैव टू ट्रेन स्टूडेंट्स इन आयुर्वेदा एंड दिस इज व्हाट आई एम ऑल्सो डूइंग हेयर इन ऑस्ट्रेलिया। डॉक्टर मेरा एक सवाल है, ਜਿਹੜੇ ਕੋਈ ਨਿਊ ਕਮਰ ਆਉਂਦੇ ਜਿਵੇਂ ਉਹਨਾਂ ਨੇ ਇੰਡੀਆ ਤੋਂ ਸਟੱਡੀ ਕੀਤੀ ਹੈ ਆਯੁਰਵੈਦਿਕ ਦੀ, ਉਹਨਾਂ ਲਈ ਇੱਥੇ ਕੀ ਹੋ ਸਕਦਾ ਹੈ? ਹਾਂਜੀ ਸ਼ਮੀ ਜੀ ਬਹੁਤ ਅੱਛਾ ਤੁਸੀਂ ਕੁਐਸਚਨ ਪੁੱਛਿਆ ਹੈਗਾ ਬਿਕੋਜ਼ ਐਜ਼ ਆਈ ਸੈਡ ਅਰਲੀਅਰ ਕਿ ਆਸਟ੍ਰੇਲੀਅਨ ਗਵਰਨਮੈਂਟ ਵੱਲੋਂ ਅਪਰੂਵਡ ਕੋਰਸਿਸ ਇੱਥੇ ਚੱਲਦੇ ਪਏ ਨੇ ਬਹੁਤ ਸਾਲਾਂ ਦੇ। ਐਡਵਾਂਸ ਡਿਪਲੋਮਾ ਲਾਈਫਸਟਾਈਲ ਕੰਸਲਟੈਂਟ ਇਨ ਆਯੁਰਵੇਦਾ that actually makes ayurvedic practice and study legalized in Australia now। there's a pathway to follow ਜਿਹੜਾ ਹਰ ਆਯੁਰਵੇਦਾ ਪ੍ਰੈਕਟੀਸ਼ਨਰ ਨੂੰ ਕਰਨਾ ਪੈਂਦਾ ਔਰ ਮੈਂ ਵੀ ਕੀਤਾ ਆਪਣੀ ਪ੍ਰੈਕਟਿਸ ਵਿੱਚ ਇੱਥੇ ਕਿਉਂਕਿ ਅਸੀਂ ਜੇ ਪੜ੍ਹ ਕੇ ਆਏ ਆ ਜਿੱਦਾਂ ਮੈਂ 5.5-6 ਸਾਲ ਦੀ ਡਿਗਰੀ ਕੀਤੀ ਇੰਡੀਆ ਤੋਂ ਬਟ that was overseas studies। ਉਹਨੂੰ we have to get it acknowledged by the Australian government ਤੇ ਆਪਣੀ ਕੁਆਲੀਫਿਕੇਸ਼ਨ ਨੂੰ ਅਸੈਸ ਕਰਾਉਣ ਤੋਂ ਬਾਅਦ ਜਿੱਦਾਂ ਮੈਂ WA ਸਟੇਟ ਹੈਡ ਜਾਂ ਸਟੇਟ ਰਿਪਰੈਜ਼ੈਂਟੇਟਿਵ ਹੈਗੀ ਆ ਆਸਟ੍ਰੇਲੇਸ਼ੀਅਨ ਐਸੋਸੀਏਸ਼ਨ ਆਫ ਆਯੁਰਵੇਦਾ ਦੀ। ਉਹ ਇੱਕ AAA ਕਰਕੇ ਬੋਡੀ ਹੈਗੀ ਹੈ ਜਿਹੜੀ ਸਭ ਆਯੁਰਵੇਦਾ ਪ੍ਰੈਕਟੀਸ਼ਨਰਸ ਨੂੰ ਰੈਕਗਨੀਸ਼ਨ ਦਿੰਦੀ ਹੈ। ਉਹ ਪੂਰੀ ਡਿਗਰੀ ਜਿੰਨੇ ਵੀ ਕੋਈ ਵੀ ਸਬਮਿਟ ਕੀਤੀ ਹੈ ਆਯੁਰਵੇਦਾ ਬਾਰੇ ਉਹਦੀ ਪੂਰੀ ਛਾਨਬੀਨ ਕਰਕੇ ਉਹਨੂੰ ਵੈਰੀਫਾਈ ਕਰਕੇ ਔਰ ਉਸ ਤੋਂ ਬਾਅਦ ਵੈਟ ਅਸੈਸ ਤੋਂ ਇੱਥੇ ਆਸਟ੍ਰੇਲੀਅਨ ਗਵਰਨਮੈਂਟ ਤੋਂ ਆਪਣੀ ਕੁਆਲੀਫਿਕੇਸ਼ਨ ਅਸੈਸ ਕਰਾ ਕੇ ਪ੍ਰੋਫੈਸ਼ਨਲ ਇੰਡੈਮਨਿਟੀ ਐਂਡ ਪਰਸਨਲ ਲਾਇਬਿਲਿਟੀ ਇੰਸ਼ੋਰੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦ ਉਹ ਸਭ ਤੁਹਾਡੇ ਕਾਗਜ਼ਾਤ ਪੂਰੇ ਹੋ ਜਾਂਦੇ ਨੇ ਤੁਹਾਨੂੰ ਇੱਕ ਮੈਡੀਕਲ ਪ੍ਰੋਵਾਈਡਰ ਨੰਬਰ ਦਿੱਤਾ ਜਾਂਦਾ ਹੈਗਾ ਔਰ ਉਸ ਦੇ ਤਹਿਤ ਕੋਈ ਵੀ ਆਯੁਰਵੇਦਾ ਪ੍ਰੈਕਟੀਸ਼ਨਰ ਲੀਗਲਾਈਜ਼ਡ ਆਪਣੀ ਪ੍ਰੈਕਟਿਸ ਖੋਲ ਸਕਦਾ। ਡਾਕਟਰ ਸਾਹਿਬ ਜਿਹੜੀ ਆਯੁਰਵੈਦਿਕ ਐਜੂਕੇਸ਼ਨ ਹੈ ਲੀਗਲ ਹੈ ਆਸਟ੍ਰੇਲੀਆ ਦੇ ਵਿੱਚ? ਆਸਟ੍ਰੇਲੀਆ ਵਿੱਚ ਬਹੁਤ ਚੰਗੀ ਗੱਲ ਇਹ ਹੈਗੀ ਕਿ ਆਯੁਰਵੇਦਾ ਐਜੂਕੇਸ਼ਨ ਇਜ਼ ਗਵਰਨਮੈਂਟ ਅਪਰੂਵਡ ਤੇ ਐਡਵਾਂਸ ਡਿਪਲੋਮਾ ਐਂਡ ਡਿਪਲੋਮਾ ਆਫ ਆਯੁਰਵੇਦਾ ਕੋਰਸਿਸ ਔਰ ਕੁਝ ਲਾਈਫਸਟਾਈਲ ਕੰਸਲਟੈਂਟ ਕੋਰਸਿਸ ਆਯੁਰਵੇਦਾ ਵਿੱਚ ਇੱਥੇ ਚੱਲਦੇ ਨੇ ਔਰ ਐਸੇ ਕੋਰਸਿਸ ਨੇ ਮੈਨੂੰ ਮੌਕਾ ਦਿੱਤਾ ਜਿਹੜਾ ਮੇਰਾ ਪੈਸ਼ਨ ਹੈਗਾ ਸਟੂਡੈਂਟਸ ਨੂੰ ਪੜ੍ਹਾਉਣ ਦਾ। then I've been lecturing मैं advanced diploma students ਨੂੰ ਇੱਥੇ ਪੜ੍ਹਾਇਆ ਹੈ ਆਸਟ੍ਰੇਲੀਆ ਵਿੱਚ।
but then I'm also associated with health and community services courses ਤੇ मैं as a lecturer allied health, aged care, बहुत सारे courses, especially mental health, right till the diploma of mental health level and diploma of community services मैं students ਨੂੰ ਪੜ੍ਹਾਉਂਦੀ ਹਾਂ ਇੱਥੇ। ਡਾਕਟਰ ਸਾਹਿਬ, ਮੈਂ ਤੁਹਾਨੂੰ ਅਗਲਾ ਕੁਐਸਚਨ ਪੁੱਛਣਾ ਵੀ ਜਿਹੜੀਆਂ ਆਯੁਰਵੈਦਿਕ ਮੈਡੀਸਨ ਨੇ ਇਹ ਈਜ਼ੀਲੀ ਅਵੇਲੇਬਲ ਨੇ ਆਸਟ੍ਰੇਲੀਆ ਦੇ ਵਿੱਚ? ਸ਼ਮੀ ਜੀ, ਆਸਟ੍ਰੇਲੀਆ ਵਿੱਚ ਕਈ ਦਵਾਈਆਂ ਹੈਗੀਆਂ ਨੇ ਈਜ਼ੀਲੀ ਅਵੇਲੇਬਲ, ਕੁਝ ਸੋਰਸ ਕੀਤੀਆਂ ਜਾਂਦੀਆਂ ਇੰਡੀਆ ਤੋਂ, ਬਟ ਦੈਨ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਔਰ ਮੰਨਦੇ ਹਾਂ ਦੈਟ ਲਾਜ਼ ਆਫ ਦ ਲੈਂਡ ਅਪਲਾਈ, ਤੇ ਅਸੀਂ ਜੇ ਆਸਟ੍ਰੇਲੀਆ ਵਿੱਚ ਬੈਠ ਕੇ ਪ੍ਰੈਕਟਿਸ ਕਰ ਰਹੇ ਹਾਂ ਸਾਨੂੰ ਆਸਟ੍ਰੇਲੀਅਨ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਆਸਟ੍ਰੇਲੀਅਨ ਗਵਰਨਮੈਂਟ ਦੇ ਮੁਤਾਬਿਕ TGA, ਜਿਹਨੂੰ ਕਿ ਥੈਰੇਪੇਟਿਕ ਗੁੱਡਸ ਐਕਟ ਆਫ ਆਸਟ੍ਰੇਲੀਆ ਕਹਿੰਦੇ ਆ, ਉਹਨਾਂ ਨੇ ਸਪੈਸੀਫਾਈ ਕੀਤਾ ਹੈ ਦ ਯੂਜ਼ ਆਫ ਸਰਟਨ ਟਾਈਪ ਆਫ ਹਰਬਸ। ਮਤਲਬ ਆਯੁਰਵੇਦਾ ਦਾ ਸਾਡਾ ਮੰਨਣਾ ਹੈਗਾ ਇੰਡੀਅਨ origin ਲੋਕਾਂ ਦਾ ਕਿ ਆਯੁਰਵੇਦਾ ਨਿਲ ਟੂ ਨੈਗਲੀਜੀਬਲ ਸਾਈਡ ਇਫੈਕਟ ਕਰਦਾ, ਬਟ ਅਗੇਨ ਦਿਸ ਇਜ਼ ਨਾਟ ਇੰਡੀਆ। ਤੇ ਆਸਟ੍ਰੇਲੀਅਨ ਗਵਰਨਮੈਂਟ ਦੇ ਮੁਤਾਬਿਕ ਇੱਕ ਲਿਸਟ ਹੈਗੀ ਹੈ TGA ਵਿੱਚ, ਜਿਹੜੀ ਹਰਬਸ ਦੀ ਲਿਸਟ ਹੈ, ਉਹਨਾਂ ਚੋਂ ਜੇ ਕੋਈ ਵੀ ਚੀਜ਼ ਯੂਜ਼ ਕਰਕੇ ਦਵਾਈ ਬਣਾਈ ਗਈ ਹੈ ਉਹ ਲੀਗਲੀ ਅਲਾਉਡ ਹੈਗੀ ਹੈ। ਬਟ ਐਦਾਂ ਆਸਟ੍ਰੇਲੀਅਨ ਗਵਰਨਮੈਂਟ ਅਲਾਉ ਨਹੀਂ ਕਰਦੀ ਕਿ ਆਪਾਂ ਕੁਝ ਵੀ ਲੈ ਕੇ ਓਵਰਸੀਜ਼ ਤੋਂ ਆ ਕੇ ਇੱਥੇ ਪ੍ਰੈਕਟਿਸ ਕਰੀਏ ਔਰ ਪ੍ਰਿਸਕ੍ਰਾਈਬ ਕਰੀਏ ਪੇਸ਼ੈਂਟਸ ਨੂੰ। ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਨੀ ਆ, ਜਿੱਦਾਂ ਨੀਮ ਹੈ। ਨੀਮ ਇਜ਼ ਅ ਵੈਰੀ ਕਾਮਨ ਹਰਬ ਜਿਹੜੇ ਇੰਡੀਆ 'ਚ ਸਕਿਨ ਪ੍ਰੋਬਲਮਸ ਲਈ ਵੀ ਯੂਜ਼ ਕਰਦੇ ਐਂਡ ਫॉर ਮੈਨੀ ਅਦਰ ਰੀਜ਼ਨਸ, ਬਟ ਆਸਟ੍ਰੇਲੀਆ ਨੀਮ ਨੂੰ ਅਲਾਉ ਨਹੀਂ ਕਰਦਾ, ਇਟ ਇਜ਼ ਇਲੀਗਲ। ਤੇ ਇਹ ਇੱਕ ਛੋਟਾ ਜਿਹਾ ਐਗਜ਼ਾਮਪਲ ਮੈਂ ਦੇ ਰਹੀ ਹਾਂ, ਲੱਗਦਾ ਹੈ ਕਿ ਹਰਬਸ ਦਾ ਸਾਈਡ ਇਫੈਕਟ ਨਹੀਂ ਹੈ, ਬਟ ਐਜ਼ ਆਈ ਸੈਡ ਜੇ ਅਸੀਂ ਆਸਟ੍ਰੇਲੀਆ 'ਚ ਪ੍ਰੈਕਟਿਸ ਕਰ ਰਹੇ ਹਾਂ ਇਟ ਇਜ਼ ਮੈਂਡੇਟਰੀ ਟੂ ਫੋਲੋ ਦ ਰੂਲਸ ਐਂਡ ਰੈਗੂਲੇਸ਼ਨ ਸੈਟ ਬਾय ਦ ਆਸਟ੍ਰੇਲੀਅਨ ਗਵਰਨਮੈਂਟ। ਡਾਕਟਰ ਸਾਹਿਬ, ਜਿਵੇਂ ਅੱਜ ਕੱਲ ਬਹੁਤ ਹੀ ਸੁਣਨ ਚ ਆਇਆ ਕਿ ਪਤਾ ਵੀ ਲੱਗ ਰਿਹਾ ਕਾਫੀ ਲੋਕਾਂ ਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਡਾਇਬੀਟਿਸ ਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੈ, ਆਯੁਰਵੈਦਿਕ ਦੇ ਵਿੱਚ ਇਹਨਾਂ ਦਾ ਕੋਈ ਇਲਾਜ ਜਾਂ ਤੁਸੀਂ ਕੀ ਸੁਜੈਸਟ ਕਰੋਗੇ? ਸ਼ਮੀ ਜੀ, ਜਿਹੜੀਆਂ ਤੁਸੀਂ ਥੋੜੀ ਬਿਮਾਰੀਆਂ ਦਾ ਨਾਮ ਲਿੱਤਾ ਹੈਗਾ, ਮੈਂ ਉਹਨਾਂ ਨੂੰ ਲਾਈਫਸਟਾਈਲ ਡਿਜ਼ੀਜ਼ਸ ਦੇ ਕੈਟਾਗਰੀ ਵਿੱਚ ਪਾਣਾ ਚਾਹਾਂਗੀ, ਕਿਉਂਕਿ ਕੁਝ ਬਿਮਾਰੀਆਂ ਇਦਾਂ ਹੁੰਦੀਆਂ ਜਿਹੜੀ ਸਾਡਾ ਕੋਈ ਵਸ ਨਹੀਂ ਚੱਲਦਾ ਉਹਨਾਂ ਦੇ ਵਿੱਚ, ਇਟ ਇਜ਼ ਇਨਸਾਈਡ ਦਾ ਬੋਡੀ, ਜੈਨੇਟਿਕਲੀ ਕੁਝ ਚੱਲਦੀਆਂ ਹੈਗੀਆਂ, ਕੁਝ ਇਨਹੈਰਿਟ ਕਰਦੇ ਆ ਅਸੀਂ ਪੇਰੈਂਟਸ ਤੋਂ ਵੀ, ਬਟ ਜਿਹੜੀਆਂ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ, ਡਾਇਬੀਟੀਜ਼ ਜਿਹੜੀਆਂ ਤੁਸੀਂ ਨਾਮ ਲਿੱਤਾ, ਦੇ ਫਾਲ ਅੰਡਰ ਲਾਈਫਸਟਾਈਲ ਡਿਜ਼ੀਜ਼ਸ। ਇਹ ਬਹੁਤ ਹੱਦ ਤੱਕ ਮੇਰਾ ਮੰਨਣਾ ਹੈਗਾ ਔਰ ਮੇਰੀ ਪ੍ਰੈਕਟਿਸ ਦੇ ਐਕਸਪੀਰੀਅੰਸ ਦੇ ਅਕੋਰਡਿੰਗਲੀ ਮੈਂ ਮੰਨਦੀ ਹਾਂ ਕਿ ਜੇ ਅਸੀਂ ਆਪਣਾ ਡਾਈਟ ਔਰ ਲਾਈਫਸਟਾਈਲ ਵਿੱਚ ਚੇਂਜਸ ਕਰੀਏ ਤੇ ਬਹੁਤ ਹੱਦ ਤੱਕ ਅਸੀਂ ਇਹਨਾਂ ਨੂੰ ਵਿਦਆਊਟ ਦਵਾਈ ਵੀ ਕਿਉਰ ਕਰ ਸਕਦੇ ਹਾਂ। ਰਾਦਰ ਮੇਰਾ ਆਈਡੀਆ ਆਫ ਪ੍ਰੈਕਟਿਸ ਮੇਰੇ ਕਲੀਨਿਕ ਤੇ ਇਹੀ ਚੱਲਦਾ, ਜਿਹੜੇ ਮੈਂ ਪੇਸ਼ੈਂਟਸ ਨਾਲ ਕਰਦੀ ਹਾਂ, ਕਿ ਤੁਸੀਂ ਆਪਣਾ ਖਾਣਾ ਪੀਣਾ ਔਰ ਲਾਈਫਸਟਾਈਲ ਆਪਣਾ ਕਰੈਕਸ਼ਨ ਕਰੋ ਉਹਦੀ, ਔਰ ਤੁਹਾਨੂੰ ਸ਼ਾਇਦ ਦਵਾਈਆਂ ਦੀ ਵੀ ਲੋੜ ਨਾ ਪਏ ਇਹ ਚੀਜ਼ਾਂ ਤੋਂ ਦੂਰ ਜਾਣ ਦੀ। ਡਾਕਟਰ ਸਾਹਿਬ, ਜਿਵੇਂ ਇੱਥੇ ਕਾਫੀ ਆਪਣੇ ਬਜ਼ੁਰਗ, ਕਾਫੀ ਪੇਰੈਂਟਸ ਲੋਕਾਂ ਨੇ ਬੁਲਾਏ ਹੋਏ ਨੇ ਆਪਣੇ, ਉਹਨਾਂ ਨੂੰ ਕਈ ਵਾਰੀ ਸੁਣਨ ਚ ਆਇਆ ਜੁਆਇੰਟ ਦੀ ਕਾਫੀ ਪੇਨ ਹੁੰਦੀ ਹੈ, ਉਸ ਸੰਬੰਧ ਵਿੱਚ ਤੁਸੀਂ ਆਯੁਰਵੈਦਿਕ ਚ ਕੀ ਉਹਨਾਂ ਨੂੰ ਸੁਜੈਸਟ ਕਰੋਗੇ? ਸ਼ਮੀ ਜੀ, ਇਹ ਜਿਹੜਾ ਤੁਹਾਡਾ ਕੁਐਸਚਨ ਹੈਗਾ ਸਪੈਸ਼ਲੀ ਅਬਾਊਟ ਜੁਆਇੰਟ ਪੇਨਸ, ਮੈਂ ਇੱਕ ਚੀਜ਼ ਕਹਿਣੀ ਚਾਹਾਂਗੀ ਐਜ਼ ਐਨ ਆਯੁਰਵੇਦਾ ਪ੍ਰੈਕਟੀਸ਼ਨਰ ਐਂਡ ਵਿਦ ਦ ਐਕਸਪੀਰੀਅੰਸ ਦੈਟ ਆਈ ਹੈਵ, ਕਿ ਜੁਆਇੰਟ ਪੇਨਸ ਅੱਜਕੱਲ ਹੁਣ ਇਹੋ ਜਿਹੀ ਚੀਜ਼ ਹੈ, ਇਹਦਾ ਕੋਈ ਏਜ ਕ੍ਰਾਈਟੇਰੀਆ ਹੀ ਨਹੀਂ ਰਹਿ ਗਿਆ। ਯੈਸ, ਏਜ ਰਿਲੇਟਡ ਪੇਰੈਂਟਸ ਨੂੰ, ਐਲਡਰਲੀ ਲੋਕਾਂ ਨੂੰ ਹੈਗਾ ਕਾਫੀ, ਬਟ ਇਵਨ ਯੰਗ ਪੀਪਲ ਹੈਵ ਸੀਨ ਆਰਥਰਾਈਟਸ ਜਾਂ ਆਸਟੀਓਆਰਥਰਾਈਟਸ, ਜਿਹਨੂੰ ਆਪਾਂ ਜੁਆਇੰਟ ਪੇਨਸ ਕਹਿੰਦੇ ਆ। ਆਯੁਰਵੇਦਾ ਇੱਕ ਇਹੋ ਜਿਹੀ ਥੈਰੇਪੀ ਹੈਗੀ ਹੈ ਜਿਹੜੀ ਡਾਈਟ ਲਾਈਫਸਟਾਈਲ ਕੰਟਰੋਲ ਤੇ ਚੱਲ ਕੇ, ਔਰ ਜਿੱਦਾਂ ਆਪਾਂ ਕਹਿੰਦੇ ਆ ਨਾ, ਬਾਹਰ ਬਾਰਿਸ਼ ਦਾ ਮੌਸਮ ਹੈ, we can't do anything much about it ਨਾ, ਰੱਬ ਦੇ ਵੱਲੋਂ ਆ ਰਹੀ ਹੈ ਬਾਰਿਸ਼, ਬਟ what we can do is ਜਿਵੇਂ ਛਤਰੀ ਲੈ ਕੇ ਅਸੀਂ ਇੱਕ ਸ਼ੀਲਡ ਕਰ ਸਕਦੇ ਹਾਂ ਆਪਣੇ ਆਪ ਨੂੰ, ਮਤਲਬ ਬਾਰਿਸ਼ ਤੋਂ ਬਚਣ ਵਾਸਤੇ। ਸਿਮਿਲਰਲੀ ਆਈ ਥਿੰਕ ਆਸਟੀਓਆਰਥਰਾਈਟਸ ਜਾਂ ਜੁਆਇੰਟਸ ਦੀ ਜਿਹੜੀਆਂ ਵੀ ਪ੍ਰੋਬਲਮਸ ਨੇ, ਡਾਈਟ ਲਾਈਫਸਟਾਈਲ, ਥੋੜੀ ਜਿਹੀ ਆਯੁਰਵੈਦਿਕ ਮੈਡੀਕੇਸ਼ਨ ਵੀ ਆਪਾਂ ਪ੍ਰਿਸਕ੍ਰਾਈਬ ਕਰ ਸਕਦੇ ਹਾਂ, ਲਾਈਟ ਐਕਸਰਸਾਈਜ਼ਸ। ਮੇਰੇ ਕਲੀਨਿਕ ਤੇ ਜਿੱਦਾਂ ਜਾਨੂ ਮਸਤੀ, ਕਟੀ ਵਸਤੀ, ਮੈਂ ਟ੍ਰੀਟਮੈਂਟਸ ਦੇ ਨਾਂ ਲੈ ਰਹੀ ਹਾਂ ਆਯੁਰਵੈਦਿਕ, ਜਿਹੜੇ ਪੂਰੇ ਪਿਓਰ ਆਥੈਂਟਿਕ ਆਯੁਰਵੈਦਿਕ ਤੇਲ ਦੇ ਨਾਲ ਕੀਤੇ ਜਾਂਦੇ ਆ, ਤੇਲ ਨੂੰ ਗਰਮ ਕਰਕੇ ਥੈਰੇਪੀਜ਼ ਚੱਲਦੀਆਂ ਹੈਗੀਆਂ, ਔਰ ਖਾਣ ਪੀਣ ਦੀ ਰਿਸਟ੍ਰਿਕਸ਼ਨ ਥੋੜੀ ਜਿਹੀ ਲਾ ਕੇ, ਲਾਈਟ ਐਕਸਰਸਾਈਜ਼ਸ ਤੇ ਪਾ ਕੇ ਬਹੁਤ ਹੱਦ ਤੱਕ ਫਰਕ ਪੈਂਦਾ ਹੈਗਾ। ਟੋਟਲ ਕਿਉਰ ਵਿੱਚ ਬਹੁਤ ਸਾਰੇ ਫੈਕਟਰਸ ਆ ਜਾਂਦੇ ਨੇ, ਮਤਲਬ ਆਯੁਰਵੇਦਾ ਕੋਈ ਇਦਾਂ ਦੀ ਚੀਜ਼ ਨਹੀਂ ਜਿਹੜਾ ਵਨ ਫਿਟ ਆਲ ਨਹੀਂ ਹੁੰਦਾ ਕੁਝ ਵੀ, ਉਹਦੇ ਵਿੱਚ ਇੰਡੀਵਿਜੂਅਲ ਕੇਸ ਹਿਸਟਰੀ,
ਕਿਸੇ ਦੀ ਪਰਸਨਲ ਐਲਰਜੀਜ਼, ਫੂਡ ਦੇ ਰਿਲੇਟਡ ਜਾਂ ਕਿਸੇ ਵੀ ਹੋਰ ਚੀਜ਼ ਤੋਂ ਰਿਲੇਟਡ ਦਿਮਾਗ 'ਚ ਰੱਖ ਕੇ ਕਾਫੀ ਹੱਦ ਤੱਕ ਆਯੁਰਵੇਦਾ ਮਦਦ ਕਰ ਸਕਦਾ। ਡਾਕਟਰ ਸਾਹਿਬ, ਹੈਲੀਕੋਬੈਕਟਰ ਜਿਹੜੀ ਡਿਸੀਜ਼ ਹੈ ਉਹਦੇ ਬਾਰੇ ਤੁਸੀਂ ਦੱਸੋ, ਆਯੁਰਵੈਦਿਕ ਦੇ ਵਿੱਚ ਕੀ ਉਹ ਕੋਈ ਟ੍ਰੀਟਮੈਂਟ ਵਗੈਰਾ ਹੈਗਾ? ਸ਼ਮੀ ਜੀ, ਹੈਲੀਕੋਬੈਕਟਰ ਜਿਹੜਾ ਤੁਸੀਂ ਮਤਲਬ ਡਾਈਜੈਸਟਿਵ ਟਰੈਕਟ ਦੇ ਨਾਲ ਰਿਲੇਟਡ ਇਹਦਾ ਹੈਗਾ, ਔਰ ਇਟ ਇਜ਼ ਐਕਚੁਅਲੀ ਬੈਕਟੀਰੀਅਲ ਇਨਫੈਕਸ਼ਨ, ਹੈਲੀਕੋਬੈਕਟਰ ਪਾਇਲੋਰਾਈ ਕਹਿੰਦੇ ਹੈ। ਉਹਦੀ ਇਨਫੈਸਟੇਸ਼ਨ ਦੇ ਨਾਲ ਇਹ ਪ੍ਰੋਬਲਮ ਆਂਦੀ ਹੈਗੀ ਹੈ। ਐਂਡ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਕਿ ਦਿਸ ਇਜ਼ ਕੰਟੇਜੀਅਸ ਐਜ਼ ਵੈਲ, ਲਾਈਕ ਥਰੂ ਕਿਸਿੰਗ ਔਰ ਸਲਾਈਵਾ ਤੋਂ ਇਹ ਟ੍ਰਾਂਸਫਰ ਹੁੰਦਾ ਹੈ। ਤੇ ਜੇ ਕਿਸੇ ਨੂੰ ਇਦਾਂ ਹੈਗਾ, ਆਫ ਕੋਰਸ ਜੀਪੀ ਨੂੰ ਕੰਟੈਕਟ ਕਰਕੇ ਟੈਸਟ ਕਰਾਉਣਾ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਕੋਈ ਵੀ ਤੁਸੀਂ ਕਿਸੇ ਵੀ ਡਿਜ਼ੀਜ਼ ਦੇ ਬਾਰੇ 'ਚ ਮੈਨੂੰ ਪੁੱਛੋਗੇ, ਮੈਂ ਕੋਈ ਵੀ ਇੱਕ ਦਵਾਈ ਜਾਂ ਕੁਝ ਇਦਾਂ ਨਹੀਂ ਦੱਸ ਸਕਦੀ, ਬਿਕੋਜ਼ ਆਯੁਰਵੇਦਾ ਇੱਕ ਇੰਨੀ ਵਾਸਟ ਸਾਇੰਸ ਹੈਗੀ ਹੈ ਜਿਹਦੇ ਵਿੱਚ ਕਲਾਇੰਟ ਹਿਸਟਰੀ, ਪੇਸ਼ੈਂਟ ਹਿਸਟਰੀ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ। ਇਸ ਕਰਕੇ ਜਿਹੜੇ ਵੀ ਆਯੁਰਵੇਦਾ ਪ੍ਰੈਕਟੀਸ਼ਨਰ ਕੋਲ ਕੋਈ ਵੀ ਪੇਸ਼ੈਂਟ ਜਾਏ, ਜੇ ਪਾਰਟਿਕੂਲਰਲੀ ਇਸ ਪ੍ਰੋਬਲਮ ਲਈ, ਤੇ ਦੇ ਹੈਵ ਟੂ ਐਕਚੁਅਲੀ ਗਿਵ ਦ ਇੰਟਾਇਰ ਹਿਸਟਰੀ ਟੂ ਦ ਆਯੁਰਵੈਦਿਕ ਡਾਕਟਰ ਔਰ ਪ੍ਰੈਕਟੀਸ਼ਨਰ। ਔਰ ਉਸ ਤੋਂ ਬਾਅਦ ਥੋੜੀਆਂ ਜਿਹੀਆਂ ਜੇ ਮੈਂ ਹਰਬਸ ਦੇ ਬਾਰੇ ਮੈਂਸ਼ਨ ਕਰਾਂ, ਮੁਲੱਠੀ ਜਿੱਦਾਂ ਤੁਸੀਂ ਸੁਣਿਆ ਹੋਣਾ, ਮੁਲੱਠੀ ਹੈ, ਅਦਰਕ ਹੈ, ਈਵਨ ਹਲਦੀ ਹੈ, ਇਹ ਕਾਫੀ ਫਾਇਦਾ ਦਿੰਦੀ ਹੈ ਇਹਦੇ ਵਿੱਚ। ਬਟ ਆਲਸੋ ਮਤਲਬ ਇਹ ਮੰਨਣ ਚ ਆਇਆ ਹੈਗਾ ਕਿ ਐਂਟੀਬਾਇਓਟਿਕ ਟ੍ਰੀਟਮੈਂਟ is also very beneficial. So it's nothing that one herb can cure. It's quite a complex situation. But हाँ, आयुर्वेदिक पद्धति ਨੂੰ follow ਕਰਕੇ ਕਾਫੀ ਫਾਇਦਾ ਮਿਲ ਸਕਦਾ ਹੈ ਇਹਦੇ ਵਿੱਚ। ਡਾਕਟਰ ਸਾਹਿਬ, ਤੁਸੀਂ ਕਾਫੀ ਬਰੀਫ ਦੇ ਵਿੱਚ ਕਾਫੀ ਗੱਲਾਂ ਬਹੁਤ ਵਧੀਆ ਦੱਸੀਆਂ, ਤੇ ਤੁਸੀਂ ਆ ਵੀ ਦੱਸੋ ਜਿਵੇਂ ਕਿ ਇੱਥੇ ਆਪਣੇ ਇੰਡੀਅਨ ਗਵਰਨਮੈਂਟ ਹੈ, ਉਹ ਆਪਣੀ ਕੋਈ ਮਦਦ ਕਰਦੀ ਹੈ? ਮੈਂ ਦੱਸਣਾ ਚਾਹਾਂਗੀ ਤੁਹਾਨੂੰ ਕਿ ਸਭ ਤੋਂ ਪਹਿਲਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਜਿਹੜੇ ਆਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਹੈ ਸ਼੍ਰੀ ਨਰਿੰਦਰ ਮੋਦੀ, ਕਿਉਂਕਿ ਆਯੁਰਵੇਦਾ ਜਿਹੜਾ ਹੈਗਾ ਉਹ ਹਾਊਸ ਹੋਲਡ ਪ੍ਰੈਕਟਿਸ ਹੈਗੀ ਹੈ ਸਾਡਾ, ਬਹੁਤ 5000 6000 ਸਾਲ ਪੁਰਾਣੀ ਪੱਧਤੀ ਹੈਗੀ ਹੈ। ਲੇਕਿਨ 2014 ਵਿੱਚ ਉਹਨਾਂ ਨੇ ਇੰਡੀਆ ਵਿੱਚ ਸਪੈਸ਼ਲੀ ਮਿਨਿਸਟਰੀ ਆਫ ਆਯੂਸ਼ ਸਥਾਪਿਤ ਕੀਤੀ, ਔਰ ਉਹਦਾ ਪਰਪਸ ਸਪੈਸ਼ਲ ਮਿਨਿਸਟਰੀ ਦਾ ਇਹੀ ਸੀਗਾ ਕਿ ਆਯੁਰਵੇਦਾ, ਯੋਗਾ, ਯੂਨਾਨੀ, ਸਿੱਧਾ, ਹੋਮਿਓਪੈਥਿਕ ਐਂਡ ਸਭ ਪੱਧਤੀਆਂ ਨੂੰ ਪ੍ਰਮੋਟ ਕਰਨਾ, ਨਾਟ ਜਸਟ ਇੰਡੀਆ ਵਿੱਚ ਬਟ ਗਲੋਬਲੀ ਪ੍ਰਮੋਟ ਕਰਨ ਵਾਸਤੇ। ਤੇ ਉਹਦੇ ਤਹਿਤ ਜਿੰਨੇ ਵੀ ਕੌਂਸੂਲੇਟ ਹੈਗੇ ਨੇ, ਜਿੱਦਾਂ ਮੈਂ ਆਸਟ੍ਰੇਲੀਆ ਦੀ ਗੱਲ ਕਰਦੀ ਹਾਂ, ਹਰ ਸਟੇਟ ਵਿੱਚ, ਇੱਥੇ ਕੌਂਸੂਲੇਟ ਜਨਰਲ ਆਫ ਇੰਡੀਆ ਪਰਥ ਵਿੱਚ ਹੈਗਾ, ਇਹ ਬਹੁਤ ਜ਼ਿਆਦਾ ਸਪੋਰਟ ਕਰਦੇ हैं। और मैं लीडरशिप रोल विच मैं बहुत ज़्यादा खास तौर पे 2018 तो बहुत मतलब असी कम्यूनिटी वास्ते फ्री सैमीनार वर्कशॉप्स करते हैं, और मैनू पर्सनली बहुत ज़्यादा सपोर्ट मिली है उस समय। मतलब 2018 विच अमित मिश्रा जी सीगे कौंसल जनरल, उस तो बाद दंतू चरणदासी जी आए, उन्हां नाल मैं बहुत काम किया कम्यूनिटी विच, और हुण अमरजीत सिंह टाकी जी हैगे ने, ते लुकिंग फॉरवर्ड टू वर्किंग with him as well। और मोर ओवर मैं ये भी कहना चाहांगी, वाइल इंडियन गवर्नमेंट दा हथ हैगा, पर मेरे लिए बहुत ज्यादा योगदान लोकल गवर्नमेंट दा भी रहा हैगा, ऑस्ट्रेलियन गवर्नमेंट दा। जिद्दां सिटी ऑफ स्वान मेरा एरिया ऑफ वर्क हैगा है, ते उत्थों दे जिहड़े मेयर ने, मैं बहुत उन्हां दी सपोर्ट नू एप्रीशिएट करदी हां। और मतलब मैं कम्यूनिटी विच सिर्फ आयुर्वेदा नहीं बट डोमेस्टिक वायलेंस, मैंटल हेल्थ, ਇਹ सब चीज़ां ते काम करदी हां। और मैनू 2020 विच ਆਸਟ੍ਰੇਲੀਆ ਡੇ ਤੇ कम्यूनिटी सिटीजन ऑफ द ईयर अवार्ड भी ਦਿੱਤਾ ਗਿਆ ਹੈਗਾ, ਤੇ ਦੋਨੋਂ ਪਾਸਿਓਂ ਬਹੁਤ ਸਪੋਰਟ ਮਿਲਦੀ ਹੈ ਜਦ ਵੀ ਮੈਂ ਕੋਈ ਵੈਂਚਰ ਲੈ ਕੇ ਇਹਨਾਂ ਕੋਲ ਜਾਂਦੀ ਆ। ਤੇ ਆਈ ਵੁੱਡ ਆਲਸੋ ਟੇਕ ਦਿਸ ਓਪਰਚੁਨਿਟੀ ਟੂ ਪਰਸਨਲੀ ਥੈਂਕ them all, ਕਿਉਂਕਿ ਸਪੋਰਟ ਦੇ ਬਿਨਾ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ। ਡਾਕਟਰ ਸਾਹਿਬ, ਜਿਵੇਂ ਅੱਜ ਕੱਲ ਕਾਫੀ ਸੁਣਨ ਹੈ ਲੋਕਾਂ ਨੂੰ ਸਟ੍ਰੈਸ, ਐਂਗਜ਼ਾਇਟੀ ਜਾਂ ਹੈਲਥ ਰਿਲੇਟਡ ਕਹਿੰਦੇ ਮੈਂਟਲ ਡਿਸਆਰਡਰ, ਇਦਾਂ ਦੀ ਕੋਈ ਇਸ਼ੂਜ਼ ਹੈ ਆਯੁਰਵੈਦਿਕ ਦੇ ਵਿੱਚ, ਉਹਦਾ ਕੀ ਟ੍ਰੀਟਮੈਂਟ ਵਗੈਰਾ ਹੈਗਾ? ਮੈਂਟਲ ਹੈਲਥ ਇਸ਼ੂਜ਼ ਇੱਕ ਬਹੁਤ ਵੱਡੀ ਸਮੱਸਿਆ ਹੈਗੀ ਹੈ ਗਲੋਬਲੀ, ਕਿਸੇ ਇੱਕ ਕੰਟਰੀ 'ਚ ਨਹੀਂ ਹੈ, ਤਾਂ ਸਭ ਜਗ੍ਹਾ ਚੱਲ ਰਿਹਾ ਹੈ। ਐਂਡ ਮੋਰ ਓਵਰ ਜਿਹੜਾ ਆਪਾਂ 2-2.5 ਸਾਲ ਤੋਂ ਕੋਵਿਡ ਤੋਂ ਸਾਰੇ ਅਸੀਂ ਜੂਝ ਰਹੇ ਹਾਂ, ਇਹਨੇ ਕਿਤੇ ਨਾ ਕਿਤੇ ਸਾਡੇ ਮੈਂਟਲ ਹੈਲਥ ਤੇ ਬਹੁਤ ਜ਼ਿਆਦਾ ਅਸਰ ਕੀਤਾ।
और डिप्रेशन, एंजाइटी, इंसोमनिया मतलब राती सौ ना पाना या इंटरप्टेड नींद, ਇਹ सब चीज़ां बहुत ज़्यादा वध गई हैं। और मेरी अपनी क्लिनिकल प्रैक्टिस विच भी मैं देखा है कि किन्ने ज़्यादा लोग इन्हां चीज़ां तो परेशान ने। और मोर एंड मोर कॉम्पलीमेंटरी थेरेपीज जिहदे च आयुर्वेदा आंदा है ओदी हेल्प वास्ते लोकी आ रहे ने। मेरे अपने क्लिनिक ते मैं एक ट्रीटमेंट का नाम लैंदी हां जिन्हों शिरोधारा ट्रीटमेंट किया जाता है। हो सकता तुसी जानते होगे या किते लीता भी होना तुसी वो ट्रीटमेंट जिहड़ा फोरहेड ते ऑयल ड्रिपिंग ट्रीटमेंट कहते हैं, जिन्हों मतलब चॉइस ऑफ ऑयल अकॉर्डिंग टू केड़ा पेशेंट नूं सूट करेगा। ਉਹ ਰਿਲੈਕਸੇਸ਼ਨ, ਰੀਜੂਵਿਨੇਸ਼ਨ ਐਂਡ ਟ੍ਰੈਂਕੁਇਲਿਟੀ ਇਨ ਦ ਨਰਵਸ ਸਿਸਟਮ, ਦਿਮਾਗ ਨੂੰ ਸ਼ਾਂਤ ਕਰਨ ਵਾਸਤੇ ਬਹੁਤ ਜ਼ਿਆਦਾ ਪਪੂਲਰ ਟ੍ਰੀਟਮੈਂਟ ਨੇ। ਔਰ ਕਈ ਤਰ੍ਹਾਂ ਦੇ ਹੋਰ ਆਯੁਰਵੈਦਿਕ ਤੇਲਾਂ ਦੇ ਨਾਲ ਟ੍ਰੀਟਮੈਂਟ ਕੀਤੇ ਜਾਂਦੇ ਨੇ। ਔਰ ਥੋੜੀ ਰਿਲੈਕਸੇਸ਼ਨ ਹਰਬਸ ਵੀ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ ਪੇਸ਼ੈਂਟ ਨੂੰ। ਮਲਟੀਪਲ ਬੈਨੀਫਿਟਸ ਹੁੰਦੇ हैं। और कई बार वन ऑफ ट्रीटमेंट फॉर रिलैक्सेशन, कई बार सीरीज ऑफ ट्रीटमेंट आप रिकमेंड करते हैं डिपेंडिंग ऑन द पेशेंट नीड्स। और बहुत ज़्यादा फायदा मैं अपनी प्रैक्टिस विच देखिया है कि लोगों को होंदा। डॉक्टर साहब तुसी जिहड़े परथ दे निवासी ने उन्हां नूं कोई मैसेज देना चाहोगे या कोई हेल्थ टिप्स वगैरह देना चाहोगे? मैं ज़रूर तुहाडे दर्शकां नूं कहना चाहांगी कि जिद्दां आपां मेरा ख्याल शुरू तो सुनते आए हाँ, जान है ते जहान है। और कोविड तो बाद मैं पेशेंट्स नूं भी कहनी हाँ, मैं अपने आप नूं भी कहनी हाँ, अपनी फैमिली नूं भी कहनी हाँ, सब जानकारां नूं कहनी हाँ कि यह दुनिया उदों तक है जब तक शरीर चलता पिया। सो इट इज़ वेरी वेरी इंपॉर्टेंट फॉर एवरीवन कि असी अपनी हेल्थ का ध्यान रखिए। और हेल्थ का ध्यान प्लीज टेक माई पर्सनल एडवाइस खाली यह मतलब नहीं हैगा कि आपां दवाइयां लैनियां, वो बड़ा क्विक फिक्स और बहुत सौखा रस्ता लगता है। बैंडेड फिक्स असी उन्होंने कवांगे कि डॉक्टर जी दवाइयां लिख दो सानू ते असी गोली खाइए ठीक हो जाइए। आयुर्वेदा नू फॉलो करिए, आयुर्वेदिक प्रिंसिपल्स नू अपनी एक रजीम दा हिस्सा बनाइए। क्योंकि जे असी अपना खान पान और अपना लाइफस्टाइल करैक्ट करते हैं ते असी आयुर्वेदा दी मदद नाल जड़ तो बीमारी नू खत्म करते हैं। ऐसे करके आयुर्वेदा थोड़ा जिहा टाइम जरूर लैंदा पर जड़ों बीमारी नू कटदा हैगा। और मैं पर्सनली कोविड तो बाद यही सिक्ख्या हैगा कि कुछ बीमारियां साडे वस च नहीं होंदियां, लेकिन जिन्ना भी बीमारियां नू असी अवॉइड कर सकते हैं सानू पूरी कोशिश करनी चाहिदी हैगी है। और मेरा यह भी मनना हैगा कि जिंदगी विच अपनी सेहत तो ज्यादा जरूरी कुछ नहीं है। अफसोस की गल यह होंदी है असी जद यंग एज विच असी सारे भजदे रहने आ पैसा कमान लई, कम करन लई और हेल्थ नू इग्नोर करते हैं। बट कोई टाइम साडी लाइफ विच इहो जिहा आंदा है जद ओ पैसा इंजॉय करन लई उस तो इलावा असी उसे पैसे नू अपनी हेल्थ रिस्टोर करन ते ला रहे हैं। ते क्यों ना असी शुरू तो यह कोशिश करिए कि अपनी हेल्थ का शुरू तो ध्यान रखिए ताकि अपने नीयर्स एंड डियर्स, फैमिली मैंबर्स और जिन्ने भी तुहाडे वाकिफ हैं उन्हां नाल एक हेल्दी लाइफ नू लीड कर सकिए। ते देयर इज नेवर अ टाइम विच इज टू लेट। मेरी रिक्वेस्ट एंड ऑल्सो अ सजेशन एंड रिकमेंडेशन फॉर एवरीवन हु इज व्यूइंग दिस ब्रॉडकास्ट कि तुसी प्लीज हेल्थ अपनी नू फोरमोस्ट प्रायोरिटी बनाकर फिर बाकी चीज़ां नू नाल साथ लेके चलिए। डॉक्टर साहब बहुत बहुत धन्यवाद, तुसी अज काफी कीमती टाइम दिता ते परथ दे लोकां नू जे उन्हां नू तुहाडी सेवावां दी लोड़ है तां तुहानू कित्थे मिल सकदे ने? शमी जी तुहाडा बहुत बहुत धन्यवाद कि तुसी मैनू अज स्टूडियो च इनवाइट किया और मौका दिता कि मैं फिर तो एक बार कम्यूनिटी नाल कनैक्ट होके और हेल्थ एंड वेलनेस के उत्ते होर ज्यादा एम्फेसिस ले कर सका। सो मैं थोड़ा थैंक यू करदी हां। एंड कोई भी जो मेरे नाल संपर्क करना चाहता है, आयुर्वेदा फॉर वेलनेस मेरे क्लिनिक का नाम है। मेरी वेबसाइट है ayurvedaforwellness.com और मेरा पर्सनल फोन नंबर 0411873630। और कोई भी मेरे नाल संपर्क करना चाहता है मेरे वेबसाइट ते एक अपॉइंटमेंट पेज हैगा, ओदे थ्रू मैनू ईमेल पहुंच जाती है एंड पीपल कैन गेट इन टच विद मी फॉर एनी आयुर्वेदिक सर्विसेज। और कम्यूनिटी वर्क भी मैं करदी हां ते किसी भी तरीके नाल जे मैं किसी दी भी हेल्प कर सका आई एम मोर देन हैप्पी टू एक्चुअली डू दैट। थैंक यू सो मच मैडम जी, तुसी डॉक्टर साहब टाइम कट के आए। थैंक यू परथ दे निवासियों, बहुत बहुत धन्यवाद।